ਸਵਾਰਥ, ਭੋਗ ਅਤੇ ਪਸ਼ੂਤਾ ਨੂੰ ਤਿਆਗ ਕੇ ਜੀਵਨ ਦੇ ਅਸਲੀ ਉਦੇਸ਼ ਵਿੱਚ ਕਾਰਜਸ਼ੀਲ ਰੂਪ ਹੋ ਕੇ ਯੱਗ ਪਰਮਾਰਥ ਤੋਂ ਯੱਗ ਵਸਤਰ ਪਹਿਨ ਕੇ ਜੀਵਨ ਬਤੀਤ ਕਰਨਾ, ਇਹੀ ਤਾਂ ਯੱਗੋਪਵੀਤ ਧਾਰਨ ਕਰਨ ਦਾ ਉਦੇਸ਼ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ। ਪੁਸਤਕ ਦਾ ਨਾਮ ਸ਼ਿਖਾ ਅਤੇ ਸੂਤਰ ਦੀ ਰਹੱਸਮਈ ਵਿਵੇਚਨਾ। ਪੁਸਤਕ ਦੀ ਜਾਣਕਾਰੀ। ਅੱਜ ਦੇ ਵਿਗਿਆਨਕ ਯੁੱਗ ਵਿੱਚ ਅਜਿਹੇ ਹੀ ਕਿਸੇ ਵੀ ਧਾਰਮਿਕ ਚਿੰਨ੍ਹ 'ਤੇ ਵਿਸ਼ਵਾਸ ਹੋਣਾ ਮੁਸ਼ਕਲ ਹੁੰਦਾ ਹੈ। ਸਹੀ ਵੀ ਹੈ, ਕਿਉਂਕਿ ਕਿਸੇ ਵੀ ਪ੍ਰਕਿਰਿਆ ਜਾਂ ਵਸਤੂ ਦੇ ਲਾਭ, ਮਹੱਤਵ ਅਤੇ ਰਹੱਸ ਨੂੰ ਜਾਣੇ ਬਿਨਾਂ ਉਸ 'ਤੇ ਸ਼ਰਧਾ, ਆਸਥਾ ਅਤੇ ਪ੍ਰੇਮ ਹੋਵੇ ਵੀ ਕਿਵੇਂ। ਹਿੰਦੂ ਧਰਮ ਦੇ ਦੋ ਸਭ ਤੋਂ ਮਹੱਤਵਪੂਰਨ ਧਾਰਮਿਕ ਚਿੰਨ੍ਹ ਹਨ ਸ਼ਿਖਾ ਰੱਖਣਾ ਅਤੇ ਜਨੇਊ ਧਾਰਨ ਕਰਨਾ। ਇਹਨਾਂ ਦੋਵਾਂ ਨੂੰ ਹੀ ਆਮ ਲੋਕਾਂ ਦੇ ਲਈ ਵਿਆਪਕ ਬਣਾਇਆ ਗਿਆ ਹੈ, ਜਿਸ ਨਾਲ ਇੱਕ ਗੱਲ ਸਮਝ ਆਉਂਦੀ ਹੈ ਕਿ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਲਾਭਦਾਇਕ ਗੱਲ ਛੁਪੀ ਹੋਈ ਹੈ। ਤਾਰਨਯੋਗ ਪ੍ਰਸ਼ਨ। 3 ਲੜਾਂ ਦੇ ਸੂਤਰ ਦਾ ਇੰਨਾ ਮਹੱਤਵ ਕਿਉਂ ਹੈ? ਜਨੇਊ ਵਿੱਚ ਅਜਿਹੀ ਕੀ ਵਿਸ਼ੇਸ਼ਤਾ ਹੈ ਜਿਸ ਦੇ ਕਾਰਨ ਮਨੁੱਖ ਬਾਹਰੀ ਅਤੇ ਅੰਦਰੂਨੀ ਲੌਕਿਕ ਪਰਲੌਕਿਕ ਸੁੱਖ ਪ੍ਰਾਪਤ ਕਰਦਾ ਹੈ? ਜਨੇਊ ਵਿੱਚ 9 ਲੜਾਂ ਕਿਉਂ ਹਨ? ਜਨੇਊ ਨੂੰ ਕੰਨ ਉੱਤੇ ਕਦੋਂ ਅਤੇ ਕਿਉਂ ਚੜ੍ਹਾਇਆ ਜਾਂਦਾ ਹੈ? ਜਨੇਊ ਪਹਿਨਣ ਦਾ ਅਧਿਕਾਰ ਕਿਸ ਨੂੰ ਹੈ? ਸ਼ਿਖਾ ਦਾ ਕੀ ਮਹੱਤਵ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜੋ ਸ਼ਿਖਾ ਅਤੇ ਜਨੇਊ ਦੱਸਦੀ ਹੈ। ਪੁਸਤਕ ਦੇ ਕੁਝ ਅੰਸ਼। ਤੱਥਾਂ ਨੂੰ ਚੰਗੀ ਤਰ੍ਹਾਂ ਜਾਣਨਾ, ਜਿਨ੍ਹਾਂ ਧਰਮ ਕਰਤੱਵਾਂ ਵੱਲ ਵਿਚਾਰਨਾ ਅਤੇ ਭਾਵਨਾਵਾਂ ਵੱਲ ਯੱਗੋਪਵੀਤ ਸੰਕੇਤ ਕਰਦੇ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ, ਉਹਨਾਂ ਦਾ ਮਹੱਤਵ ਸਵੀਕਾਰ ਕਰਨਾ ਅਤੇ ਉਸੇ ਧਰਮ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰਨਾ, ਇਹ ਉਪਵੀਤ ਪਹਿਨਣਾ ਹੈ। ਮਾਤਾ ਦੀ ਕੋਖ ਤੋਂ ਜੋ ਜਨਮ ਹੁੰਦਾ ਹੈ ਉਹ ਪਸ਼ੂ ਜਨਮ ਹੁੰਦਾ ਹੈ, ਕਿਉਂਕਿ ਉਹ ਸਿਰਫ ਸਰੀਰ ਦਾ ਜਨਮ ਹੁੰਦਾ ਹੈ। ਜਦੋਂ ਮਨੁੱਖ ਗਿਆਨ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸਨੂੰ ਦੂਜਾ ਕਿਹਾ ਜਾਂਦਾ ਹੈ। ਸਤਿਗੁਰੂ ਉੱਤਮ ਅਧਿਆਪਕ ਦੀ ਸਿੱਖਿਆ ਨਾਲ ਵਿਚਾਰਨ, ਵਿਸ਼ਵਾਸ, ਸੰਸਕਾਰ, ਸੁਭਾਅ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਇਵੇਂ ਤਾਂ ਉਲਟੀ ਸਿੱਧੀ, ਚੰਗੀ ਮਾੜੀ ਸਿੱਖਿਆ ਅਕਸਰ ਸਾਰੇ ਬੱਚਿਆਂ ਨੂੰ ਮਿਲਦੀ ਹੈ, ਪਰ ਜੋ ਸਿੱਖਿਆ ਧਰਮ ਦੇ ਅਨੁਕੂਲ, ਸ਼ਾਸਤਰਾਂ ਦੇ ਅਨੁਕੂਲ, ਉਦੇਸ਼ ਪੂਰਨ ਅਤੇ ਬ੍ਰਹਮ ਮਾਰਗੀ ਹੁੰਦੀ ਹੈ, ਉਸ ਦਾ ਵਿਧੀ ਵਿਧਾਨ ਪਵਿੱਤਰਤਾ ਅਤੇ ਵਿਸ਼ਵਾਸ ਦੇ ਨਾਲ ਪ੍ਰਾਪਤ ਕਰਨਾ ਦਵਿਤਵ ਕਹਾਉਂਦਾ ਹੈ। ਜਨੇਊ ਦੇ 9 ਸੂਤਰਾਂ ਵਿੱਚ 9 ਦੇਵਤਾ ਨਿਵਾਸ ਕਰਦੇ ਹਨ: ਬ੍ਰਹਮਾ, ਪ੍ਰਾਣਯਤਾ, ਤੇਜਸਤਾ, ਧੀਰਜ, ਨਿਮਰਤਾ, ਦਇਆ, ਪਰੋਪਕਾਰ, ਸਵੱਛਤਾ, ਸ਼ਕਤੀ ਸੰਪੰਨਤਾ। ਇਹ 9 ਗੁਣ ਉਪਰੋਕਤ 9 ਦੇਵਤਿਆਂ ਦੇ ਹਨ। ਜਨੇਊ ਪਰਮ ਪਵਿੱਤਰ ਹੈ। ਪ੍ਰਜਾਪਤੀ ਈਸ਼ਵਰ ਨੇ ਇਸ ਨੂੰ ਆਸਾਨ ਬਣਾਇਆ ਹੈ। ਇਹ ਉਮਰ ਵਧਾਉਣ ਵਾਲਾ ਅਤੇ ਪਵਿੱਤਰਤਾ ਦੇਣ ਵਾਲਾ ਅਗਰਣੀ ਹੈ। ਇਹ ਬਲ ਅਤੇ ਤੇਜ ਦਿੰਦਾ ਹੈ। ਦ્વੈਤ ਦੇ ਚਿੰਨ੍ਹ ਜਿਸ ਵਿੱਚ ਮੌਜੂਦ ਹਨ, ਜੋ ਯੱਗੋਪਵੀਤ ਦੀ ਸਾਧਨਾ ਦੇ ਮਹੱਤਵ ਨੂੰ ਸਮਝਦੇ ਹਨ ਅਤੇ ਹਿਰਦੇ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਸ਼੍ਰੇਸ਼ਟ ਬਣਾਉਣਾ ਚਾਹੁੰਦੇ ਹਨ, ਉਹਨਾਂ ਨੂੰ ਉਸਦੇ ਪਹਿਨਣ ਦੀ ਆਗਿਆ ਹੋਣੀ ਚਾਹੀਦੀ ਹੈ। ਮਸਤਕ ਦਾ ਕੇਂਦਰ ਸ਼ਿਖਾ ਦਾ ਸਥਾਨ ਹੈ। ਇਸ 'ਤੇ ਇੱਕ ਚੱਕਰ ਵਰਗੀ ਸ਼ਕਲ ਸਾਫ਼ ਦਿਖਾਈ ਦਿੰਦੀ ਹੈ। ਇਹ ਕੇਂਦਰ ਅਦਿੱਖ ਸ਼ਕਤੀਆਂ ਦੇ ਨਾਲ ਮਨੁੱਖ ਦੀ ਚੇਤਨਾ ਨੂੰ ਉਸੇ ਤਰ੍ਹਾਂ ਸੰਬੰਧ ਜੋੜਦਾ ਹੈ ਜਿਵੇਂ ਫਲ ਅਤੇ ਡੰਠਲ ਦਾ ਸੰਬੰਧ ਰਹਿੰਦਾ ਹੈ। ਇਸ ਕੇਂਦਰੀ ਸ਼ਕਤੀ ਨੂੰ ਕਿਸੇ ਤਰ੍ਹਾਂ ਚੋਟ, ਸਰਦੀ, ਗਰਮੀ ਆਦਿ ਦੇ ਕਾਰਨ ਕੋਈ ਨੁਕਸਾਨ ਨਾ ਪਹੁੰਚੇ, ਇਸ ਕਾਰਨ ਸ਼ਿਖਾ ਰੱਖਣਾ ਜ਼ਰੂਰੀ ਹੈ। ਈਸ਼ਵਰੀ ਸੰਦੇਸ਼, ਦੈਵੀ ਪ੍ਰੇਰਨਾਵਾਂ, ਆਦਿਕ ਸੰਕੇਤ ਸ਼ਿਖਾ ਦੇ ਥੰਬ ਤੋਂ ਆਉਂਦੇ ਹਨ ਅਤੇ ਦਿਮਾਗ ਪੂਰੀ ਬ੍ਰਹਮਰੰਦਰ ਵਿੱਚ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਸ਼ਿਖਾ ਰੱਖਣ ਵਾਲੇ ਮਨੁੱਖ ਦੈਵੀ ਸੰਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ ਅਤੇ ਧਰਮ ਦੇ ਮਾਰਗ 'ਤੇ ਅੱਗੇ ਵੱਧਦਾ ਹੈ। ਪਰਮਾਤਮਾ ਦੀ ਨੇੜਤਾ ਆਸਾਨੀ ਤੋਂ ਪ੍ਰਾਪਤ ਕਰ ਲੈਂਦਾ ਹੈ। ਪੁਸਤਕ ਦੇ ਕੁਝ ਬਿੰਦੂ। ਉਪਵੀਤ ਦੀ ਜ਼ਰੂਰਤ। ਜਨੇਊ ਦੇ ਮਹਾਨ ਲਾਭਾਂ ਦੇ ਕਾਰਨ 9 ਲੜੀਆਂ ਹੁੰਦੀਆਂ ਹਨ। ਨਿਯਮ। ਸ਼ਿਖਾ ਦਾ ਮਹੱਤਵ।